ਸਾਲ ਹੈਗਾ 41 AD। ਸੈਨਿਕਾ ਜੋ ਕਿ ਇੱਕ ਪੋਲੀਟੀਸ਼ੀਅਨ ਹੈ ਅਤੇ ਸਲਾਹਕਾਰ ਹੈ, ਜਿਹਨੂੰ ਕਾਲਾ ਪਾਣੀ ਦੀ ਸਜ਼ਾ ਹੋ ਚੁੱਕੀ ਹੈ ਕਿਸੇ ਕੌਂਸਪੀਰੇਸੀ ਦੇ ਤਹਿਤ। ਉਹਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ, ਪਰ ਹਿਸਟੋਰੀਅਨਸ ਦਾ ਮੰਨਣਾ ਇਹ ਹੈ ਵੀ ਉਹ ਇਲਜ਼ਾਮ ਪੂਰੇ ਸੱਚ ਨਹੀਂ ਹੈਗੇ। ਸੈਨਿਕਾ ਦੀ ਕਿਤੇ ਨਾ ਕਿਤੇ ਗਲਤੀ ਨਹੀਂ ਹੈਗੀ, ਪਰ ਜਿਹੜੇ ਉੱਥੋਂ ਦੀ ਸਰਕਾਰ ਸੀਗੀ ਉਹਨਾਂ ਨੇ ਉਹਦੀ ਗਲਤੀ ਨੂੰ ਮੰਨਦੇ ਹੋਇਆਂ ਅਤੇ ਉਹਨੂੰ ਕਾਲਾ ਪਾਣੀ ਦੇ ਦਿੱਤਾ। ਸੈਨਿਕਾ ਜਦੋਂ ਸਜ਼ਾ ਕੱਟ ਰਿਹਾ ਸੀ ਤਾਂ ਉਹਨੇ ਆਪਣੇ ਆਲੇ ਦੁਆਲੇ ਲਾਈਫ ਦੇਖੀ, ਜਿਹੜੇ ਲੋਕਾਂ ਨੂੰ ਹੋਰਾਂ ਨੂੰ ਸਜ਼ਾ ਮਿਲੀ ਸੀ ਉਹ ਬੰਦੇ ਬਹੁਤ ਹੀ ਜ਼ਿਆਦਾ ਕੰਪਲੇਂਟ ਕਰ ਰਹੇ ਸੀ। ਪਰਟੀਕੂਲਰਲੀ ਇੱਕ ਬੰਦਾ ਬਹੁਤ ਜ਼ਿਆਦਾ ਕੰਪਲੇਂਟ ਕਰਦਾ ਸੀ ਕਿ ਉੱਥੋਂ ਦੀਆਂ ਕੰਡੀਸ਼ਨਸ ਬਹੁਤ ਮਾੜੀਆਂ ਨੇ। ਉਹ ਆਪਣੀ ਕਿਸਮਤ ਨੂੰ ਕੋਸਦਾ ਸੀਗਾ ਅਤੇ ਰੱਬ ਨੂੰ ਕੋਸਦਾ ਸੀ ਕਿ ਮੈਂ ਕਿੱਥੇ ਆ ਗਿਆ। ਪਰ ਕੁਛ ਟਾਈਮ ਬਾਅਦ ਉਸ ਬੰਦੇ ਦੇ ਅੰਦਰ ਕੋਈ ਬਦਲਾਅ ਆਇਆ। ਉਹ ਬੰਦਾ ਇੱਦਾਂ ਕਹਿਣ ਲੱਗ ਗਿਆ ਕਿ ਰੱਬ ਨੇ ਸ਼ਾਇਦ ਮੈਨੂੰ ਇਸੇ ਚੀਜ਼ ਲਈ ਭੇਜਿਆ ਹੈਗਾ, ਇਹ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਅਤੇ ਮੈਂ ਆਪਣੀ ਜਿਹੜੀ ਸਫਰਿੰਗ ਹੈ ਉਹਨੂੰ ਮੈਂ ਹੱਸ ਕੇ ਡੀਲ ਕਰੂੰਗਾ ਅਤੇ ਇਹਦੇ ਵਿੱਚੋਂ ਮੈਂ ਇੱਕ ਮੀਨਿੰਗ ਲੱਭੂੰਗਾ। ਇਸ ਚੀਜ਼ ਤੋਂ ਸੈਨਿਕਾ ਕਾਫੀ ਇੰਸਪਾਇਰ ਹੋਇਆ ਤਾਂ ਸੈਨਿਕਾ ਨੇ ਆਪਣੇ ਫਰੈਂਡ ਲੂਸੀਲੀਅਸ ਨੂੰ ਕਾਫੀ ਲੈਟਰਸ ਲਿਖੀਆਂ, ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ 'ਤੇ ਉਹਨੇ ਗੱਲ ਕੀਤੀ ਹੈ। ਆਪਣੇ ਡੇ ਟੂ ਡੇ ਬਾਰੇ ਵੀ ਉਹਨੇ ਗੱਲਾਂ ਕੀਤੀਆਂ ਨੇ ਲੈਟਰਸ ਦੇ ਵਿੱਚ। ਅਤੇ ਸੈਨਿਕਾ ਨੇ ਹਮੇਸ਼ਾ ਗੱਲ ਕੀਤੀ ਹੈ ਕਿ ਤੁਸੀਂ ਵਰਚੁਅਸ ਲਾਈਫ ਕਿੱਦਾਂ ਜੀਣੀ ਹੈ ਅਤੇ ਇਸ ਤਰ੍ਹਾਂ ਦੇ ਕਾਲਾ ਪਾਣੀ ਦੀ ਸਜ਼ਾ ਦੇ ਵਿੱਚ ਵੀ ਤੁਸੀਂ ਮੀਨਿੰਗ ਕਿਵੇਂ ਕੱਢ ਸਕਦੇ ਹੋ, ਬਿਕੋਜ਼ ਯੂ ਡੋਂਟ ਹੈਵ ਅਦਰ ਆਪਸ਼ਨਸ। ਤੁਹਾਡੇ ਕੋਲ ਕੋਈ ਹੋਰ ਆਪਸ਼ਨਸ ਇੰਨੀਆਂ ਨਹੀਂ ਹੁੰਦੀਆਂ ਜਦੋਂ ਬੈਡ ਟਾਈਮ ਆਉਂਦਾ। ਸੈਨਿਕਾ ਨੇ ਆਪਣੀਆਂ ਲੈਟਰਸ ਦੇ ਵਿੱਚ ਲਿਖਿਆ ਕਿ ਜਿਹੜੇ ਉਹਦੇ ਉੱਤੇ ਹਾਰਡ ਟਾਈਮ ਆ ਰਹੇ ਸੀ, ਹਾਰਡਸ਼ਿਪਸ ਆ ਰਹੀਆਂ ਸੀ, ਉਹ ਇੱਕ ਮੌਕਾ ਸੀਗਾ ਆਪਣੇ ਆਪ ਦੇ ਉੱਤੇ ਸੈਲਫ ਰਿਫਲੈਕਸ਼ਨ ਕਰਨ ਦਾ ਅਤੇ ਆਪਣੇ ਜਿਹੜੇ ਵਰਚੂਜ਼ ਨੇ ਜਾਂ ਆਪਣੇ ਅੰਦਰਲੇ ਗੁਣਾਂ ਨੂੰ ਪਛਾਣਨ ਦਾ। ਇਹ ਉਹ ਸਮਾਂ ਨਹੀਂ ਹੈਗਾ ਕਿ ਜਦੋਂ ਉਹ ਆਪਣੀ ਕਿਸਮਤ ਨੂੰ ਕੋਸਦਾ ਜਾਂ ਰੱਬ ਨੂੰ ਕੋਸਦਾ ਜਾਂ ਲੋਕਾਂ ਨੂੰ ਗਾਲਾਂ ਕੱਢਦਾ ਅਤੇ ਬਿਟਰ ਹੋ ਜਾਂਦਾ। ਉਸ ਬੰਦੇ ਨੇ ਆਪਣਾ ਵਰਚੂ ਦਿਖਾਇਆ ਅਤੇ ਉਸ ਬੰਦੇ ਨੇ ਆਪਣਾ ਕਰੈਕਟਰ ਨੂੰ ਬਿਲਡ ਕੀਤਾ, ਤਾਂ ਹੀ ਅੱਜ ਆਪਾਂ ਸੈਨਿਕਾ ਨੂੰ ਇੰਨੇ ਹਜ਼ਾਰਾਂ ਸਾਲਾਂ ਬਾਅਦ ਵੀ ਜਾਣਦੇ ਹਾਂ। ਇਸ ਪੋਡਕਾਸਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਫਰਿੰਗ ਬਾਰੇ। ਪੰਜਾਬੀ ਵਾਲਾ ਸਫ਼ਰ ਨਹੀਂ, ਇੰਗਲਿਸ਼ ਵਾਲਾ ਸਫ਼ਰ। ਮੇਰਾ ਮੰਨਣਾ ਇਹ ਹੈ ਕਿ ਸਫਰਿੰਗ ਇਨਸਾਨ ਦੇ ਉੱਤੇ ਸ਼ੁਰੂ ਤੋਂ ਚੱਲਦੀ ਆ ਰਹੀ ਹੈ। ਪਹਿਲਾਂ ਲੜਾਈਆਂ ਹੁੰਦੀਆਂ ਸੀ, ਜੰਗਾਂ ਦੇ ਵਿੱਚ ਲੋਕ ਮਾਰੇ ਜਾਂਦੇ ਸੀਗੇ, ਔਰਤਾਂ ਵਿਧਵਾ ਹੋ ਜਾਂਦੀਆਂ ਸੀ ਅਤੇ ਬੱਚਿਆਂ ਦੇ ਮਾਂ ਪਿਓ ਮਾਰੇ ਜਾਂਦੇ ਸੀਗੇ, ਬੱਚੇ ਵਿਚਾਰੇ ਅਨਾਥ ਹੋ ਜਾਂਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸਫਰਿੰਗ ਸੀਗੀ। ਲੋਕਾਂ ਦਾ ਜਿਉਣਾ ਔਖਾ ਸੀਗਾ ਅਤੇ ਕਿਸੇ ਵੀ ਟਾਈਮ ਮੌਤ ਆ ਸਕਦੀ ਸੀ। ਦੂਸਰੀ ਜਿਹੜੀ ਇੱਕ ਤਰ੍ਹਾਂ ਦੀ ਸਫਰਿੰਗ ਸੀਗੀ ਉਹ ਸੀਗੀ ਹੰਗਰ। ਜਦੋਂ ਐਗਰੀਕਲਚਰਲ ਰੈਵੋਲਿਊਸ਼ਨ ਹੋਇਆ, ਜਦੋਂ ਇਨਸਾਨ ਹੰਟਰ ਗੈਦਰਰ ਦੇ ਵਿੱਚੋਂ ਨਿਕਲ ਕੇ ਖੇਤੀਬਾੜੀ ਕਰਨ ਲੱਗ ਗਿਆ, ਤਾਂ ਉਦੋਂ ਲੋਕਾਂ ਨੇ ਦਾਣੇ ਇਕੱਠੇ ਕਰਨ ਲੱਗ ਪਏ, ਹੈ ਨਾ। ਲੋਕ ਆਪਦੇ ਘਰਾਂ ਦੇ ਵਿੱਚ ਦਾਣੇ ਰੱਖਦੇ ਸੀ ਜਾਂ ਥੋੜ੍ਹੇ ਪੂੰਜੀਪਤੀ ਹੋ ਗਏ, ਪੈਸੇ ਆ ਗਏ ਲੋਕਾਂ ਕੋਲ, ਤਾਂ ਉਦੋਂ ਹੰਗਰ ਵੀ ਸ਼ੁਰੂ ਹੋ ਗਈ। ਮਤਲਬ ਵੀ ਭੁੱਖਮਰੀ। ਕਿਸੇ ਕੋਲ ਤਾਂ ਦਾਣੇ ਬਹੁਤ ਹੁੰਦੇ ਸੀ ਅਤੇ ਕਿਸੇ ਕੋਲ ਬਿਲਕੁਲ ਵੀ ਨਹੀਂ ਸੀ ਹੁੰਦੇ ਅਤੇ ਉਹ ਵਿਚਾਰੇ ਭੁੱਖਮਰੀ ਕੱਟਦੇ ਸੀਗੇ। ਹੰਗਰ ਵੀ ਇੱਕ ਤਰ੍ਹਾਂ ਦੀ ਸਫਰਿੰਗ ਸੀਗੀ। ਲੋਕ ਸ਼ਾਇਦ ਦਿਨ 'ਚ ਇੱਕ ਵਾਰੀ ਉਹ ਰੋਟੀ ਖਾਂਦੇ ਹੋਣਗੇ, ਅੱਜ ਕੱਲ੍ਹ ਤਾਂ ਆਪਾਂ ਤਿੰਨ ਟਾਈਮ ਖਾਂਦੇ ਹਾਂ। ਪਾਸਟ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਵੀ ਸਫਰਿੰਗ ਸੀਗੀ, ਜਿਹਨੂੰ ਆਪਾਂ ਜੈਨੋਸਾਈਡ ਵੀ ਕਹਿ ਸਕਦੇ ਹਾਂ। ਬਹੁਤ ਸਾਰੀਆਂ ਕੌਮਾਂ ਦੇ ਉੱਤੇ ਜੈਨੋਸਾਈਡ ਹੋਇਆ, ਕਬੀਲਿਆਂ ਦੇ ਉੱਤੇ ਹੋਇਆ, ਟਰਾਈਬਸ ਦੇ ਉੱਤੇ ਹੋਇਆ। ਸਭ ਤੋਂ ਜ਼ਿਆਦਾ ਜਿਹੜੇ ਵੱਡੇ ਪੱਧਰ 'ਤੇ ਹੋਇਆ ਹੈਗਾ ਉਹ ਜਿਊਜ਼ ਦੇ ਨਾਲ ਬਹੁਤ ਜ਼ਿਆਦਾ ਹੋਇਆ ਅਤੇ ਉਹ ਬਹੁਤ ਹੀ ਵੈਲ ਡਾਕੂਮੈਂਟਡ ਉਹ ਚੀਜ਼ ਹੈ ਅਤੇ ਉਹਦੇ ਉੱਤੇ ਕਾਫੀ ਫਿਲਮਾਂ ਵੀ ਬਣੀਆਂ ਨੇ। ਔਰ ਦੂਜੇ ਪਾਸੇ ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਤਾਂ ਉਦੋਂ ਵੀ ਲੋਕਾਂ ਦੇ ਉੱਤੇ ਸਫਰਿੰਗ ਸੀਗੀ, ਲੋਕਾਂ ਦੇ ਉੱਤੇ ਬਹੁਤ ਪਰੇਸ਼ਾਨੀ ਸੀ। ਅਤੇ ਮੇਰਾ ਪਰਿਵਾਰ, ਜਿਹੜੇ ਮੇਰੇ ਦਾਦਾ ਪੜਦਾਦੇ ਹੋ ਰਹੀ, ਉਹ ਵੀ ਉੱਥੋਂ ਇੱਧਰ ਨੂੰ ਮਾਈਗਰੇਟ ਹੋਏ ਨੇ ਇੰਡੀਆ ਵੱਲ ਨੂੰ। ਅਤੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀਗੇ ਵੀ ਉਹ ਟੈਂਕਾਂ ਦੇ ਉੱਤੇ ਵੀ ਬਹਿ ਕੇ ਆਏ ਹੋਏ ਨੇ ਇੱਧਰ ਇੰਡੀਆ ਵੱਲ, ਅਤੇ ਕਿਸ ਤਰ੍ਹਾਂ ਉਹਨਾਂ ਨੇ ਹਾਰਡ ਲਾਈਫ ਦੇਖੀ। 2 ਵਾਰ ਆਪਣੇ ਆਪ ਨੂੰ ਫੇਰ ਘਰ ਪੱਟ ਕੇ ਉਜਾੜ ਕੇ ਫਿਰ ਨਵੀਂ ਜਗ੍ਹਾ ਗਏ, ਹੈ ਨਾ। ਬਹੁਤ ਹੀ ਔਖਾ ਹੋ ਜਾਂਦਾ, ਉਹਨੂੰ ਆਪਾਂ ਸਫਰਿੰਗ ਕਹਿ ਸਕਦੇ ਹਾਂ। ਉਹ ਤੁਹਾਡੇ ਮਾਈਂਡ ਦੇ ਉੱਤੇ ਵੀ ਹੁੰਦੀ ਹੈ ਅਤੇ ਤੁਹਾਡੀ ਬੋਡੀ ਨੂੰ ਵੀ ਝੱਲਣੀ ਪੈਂਦੀ ਹੈ। ਬੰਦਾ ਜਾਨ ਵੀ ਗਵਾ ਸਕਦਾ ਅਤੇ ਬਹੁਤ ਨੁਕਸਾਨ ਵੀ ਹੁੰਦਾ ਬੰਦੇ ਦਾ। ਮੈਨੂੰ ਲੱਗਦਾ ਇਸ ਪੁਆਇੰਟ 'ਤੇ ਇਹੋ ਜਿਹੀਆਂ ਮਾੜੀਆਂ ਘਟਨਾਵਾਂ ਦੀ ਜਿਹੜੀ ਮੈਂ ਗੱਲ ਕਰ ਰਿਹਾ, ਇਸ ਤਰ੍ਹਾਂ ਦੀ ਗੱਲ ਸੋਚ ਕੇ ਨਾ ਇਨਸਾਨ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਵੀ ਵਾਈ ਮੀ, ਜਾਂ ਰੱਬ ਇੱਦਾਂ ਕਿਉਂ ਕਰ ਰਿਹਾ। ਕੀ ਰੱਬ ਨੇ ਮੈਨੂੰ ਇਸ ਕੰਮ ਲਈ ਹੀ ਬਣਾਇਆ ਕਿ ਮੈਨੂੰ ਕਦੇ ਇੱਥੇ ਰੱਖਤਾ, ਕਦੇ ਮੇਰੇ ਉੱਤੇ ਆਹ ਸਫਰਿੰਗ ਪਾਤੀ, ਕਦੇ ਮੈਂ ਆਹ ਚੀਜ਼ ਨੂੰ, ਕਦੇ ਮੈਂ ਭੁੱਖਮਰੀ ਚੱਲ ਰਿਹਾ, ਕਦੇ ਮੈਂ ਜੰਗ ਦੇ ਵਿੱਚ ਆਪਦੇ ਆਪ ਨੂੰ ਦੇਖ ਰਿਹਾ। ਮੈਨੂੰ ਲੱਗਦਾ ਇੱਦਾਂ ਦਾ ਸਵਾਲ ਹੋਣਾ ਬਹੁਤ ਸਹੀ ਹੈ। ਇਹ ਕੋਈ ਗਲਤ ਸਵਾਲ ਨਹੀਂ ਹੈਗਾ, ਬਹੁਤ ਹੀ ਜਾਇਜ਼ ਕੁਐਸਚਨ ਹੈ। ਸੋ ਕੀ ਇਹਦਾ ਮਤਲਬ ਰੱਬ ਨੇ ਆਪਣੀ ਕ੍ਰੀਏਸ਼ਨ ਦੇ ਉੱਤੇ ਇੰਨਾ ਜ਼ਿਆਦਾ ਕਹਿਰ ਢਾਇਆ ਹੋਇਆ ਕਿ ਕ੍ਰੀਏਸ਼ਨ ਨੂੰ ਬਣਾ ਦਿੱਤਾ ਅਤੇ ਹੁਣ ਤੂੰ ਸਫਰ ਕਰ, ਮਤਲਬ ਹੁਣ ਤੂੰ ਧਰਤੀ 'ਤੇ ਆ ਗਿਆ,
ਹੁਣ ਤੇਰਾ ਕਾਲ ਸ਼ੁਰੂ ਹੋ ਗਿਆ, ਜਾਂ ਕਹਿ ਲਓ ਜਿਹੜਾ ਲੋਕ ਹਿੰਦੂ ਧਰਮ ਦੇ ਵਿੱਚ ਕਹਿੰਦੇ ਨੇ ਕਿ ਹੁਣ ਕਲਯੁਗ ਚੱਲ ਰਿਹਾ ਹੈ ਨਾ। ਸੋ ਮਤਲਬ ਕਿ ਕਲਯੁਗ ਇੱਕ ਤਰ੍ਹਾਂ ਦਾ, ਮੈਨੂੰ ਪਿਓਰ ਡੈਫੀਨੇਸ਼ਨ ਨਹੀਂ ਮੇਰੇ ਮਾਈਂਡ 'ਚ ਹੈਗੀ, ਪਰ ਇੱਕ ਤਰ੍ਹਾਂ ਦਾ ਬੰਦੇ ਦਾ ਜਿਹੜਾ ਕਾਲ ਹੁੰਦਾ ਹੈ, ਜਾਂ ਬੰਦਾ ਕਿਸੇ ਪੁਰਾਣੇ ਕਰਮਾਂ ਦਾ ਜਿਹੜਾ ਭੁਗਤ ਰਿਹਾ, ਉਹਨੂੰ ਇੱਕ ਤਰ੍ਹਾਂ ਦਾ ਲੋਕ ਕਲਯੁਗ ਮੰਨਦੇ ਨੇ। ਸੋ ਮੇਰਾ ਕੁਐਸਚਨ ਫਿਰ ਉੱਥੇ ਆ ਜਾਂਦਾ ਹੈ ਕਿ ਵਾਈ ਸਫਰਿੰਗ? ਕਿਉਂ ਕਿਸੇ ਬੰਦੇ ਨਾਲ ਕੋਈ ਧੱਕਾ ਹੁੰਦਾ ਹੈ, ਕਿਸੇ ਔਰਤ ਨਾਲ ਗਲਤ ਕੰਮ ਕੋਈ ਬੰਦਾ ਕਰਦਾ ਹੈ, ਜਾਂ ਕਿਸੇ ਦਾ ਕੋਈ ਮਰਡਰ ਕਰ ਦਿੰਦਾ, ਜਾਂ ਤੁਸੀਂ ਜੈਨੋਸਾਈਡ ਦੇ ਵਿੱਚ ਮਾਰੇ ਜਾਂਦੇ ਹੋ? ਵਾਈ ਇਜ਼ ਦੈਟ? ਵਾਈ ਯੂ, ਹੈ ਨਾ? ਜਾਂ ਇਸ ਤਰ੍ਹਾਂ ਦੇ ਸਵਾਲ ਮੇਰੇ ਮਾਈਂਡ 'ਚ ਆਉਂਦੇ ਨੇ, ਔਰ ਇਨਸਾਨ ਦੇ ਮਾਈਂਡ 'ਚ ਆਉਣੇ ਵੀ ਚਾਹੀਦੇ ਆ। ਮੇਰੇ ਵਰਗੇ ਲੋਕ ਜਿਹੜੇ ਬਾਹਰਲੇ ਕੰਟਰੀਆਂ ਦੇ ਵਿੱਚ ਆ ਗਏ, ਬੜੇ ਸੌਖੇ ਲਾਈਫ ਸਟਾਈਲ ਦੇ ਵਿੱਚ ਬੈਠੇ ਨੇ, ਤਾਂ ਅਸੀਂ ਹਾਲੇ ਵੀ ਕਹਿੰਦੇ ਹਾਂ ਕਿ ਸਾਡੀ ਲਾਈਫ ਬਹੁਤ ਔਖੀ ਹੈ ਅਤੇ ਸਾਨੂੰ ਕੋਈ ਨਾ ਕੋਈ ਸੈਲਵੇਸ਼ਨ ਚਾਹੀਦੀ ਹੈ ਇਸ ਚੀਜ਼ ਦੇ ਵਿੱਚੋਂ। ਸਾਡਾ ਟੈਕਸ ਬਹੁਤ ਵੱਧ ਰਿਹਾ, ਸਾਡੇ ਉੱਤੇ ਮੋਨੀਟਰੀ ਪ੍ਰੈਸ਼ਰ ਆ ਰਿਹਾ, ਇਕਨੋਮੀ ਖਰਾਬ ਹੋ ਰਹੀ ਹੈ, ਅਤੇ ਇਹ ਸਾਡੀਆਂ ਸ਼ਿਕਾਇਤਾਂ ਨੇ ਅੱਜ ਦੇ ਟਾਈਮ ਦੀਆਂ। ਮੈਨੂੰ ਲੱਗਦਾ ਇਨਸਾਨ ਨੇ ਕਾਫੀ ਤਰੱਕੀ ਕਰ ਲਈ ਹੈ। ਜਿਹੜੇ ਮੈਂ ਹੁਣ ਇਹ ਚੀਜ਼ਾਂ ਡਿਸਕਰਾਈਬ ਕੀਤੀਆਂ ਨੇ, ਸਫਰਿੰਗ ਦੇ ਵਿੱਚੋਂ ਨਿਕਲ ਕੇ ਇਨਸਾਨ ਨੇ ਵਧੀਆ ਸਿਵਲਾਈਜੇਸ਼ਨ ਬਣਾ ਲਈ ਹੈ। ਵੈਸਟਰਨ ਕੰਟਰੀਆਂ ਦੇ ਵਿੱਚ ਬਹੁਤ ਵਧੀਆ ਸਿਵਲਾਈਜੇਸ਼ਨ ਹੋ ਗਈ ਹੈ। ਜਿੱਥੋਂ ਮੈਂ ਬਿਲੋਂਗ ਕਰਦਾ, ਜਾਂ ਜਿੱਥੋਂ ਮੇਰੇ ਸਰੋਤੇ ਬਿਲੋਂਗ ਕਰਦੇ ਨੇ, ਇੰਡੀਆ ਤੋਂ ਜਾਂ ਕਹਿ ਲਓ ਪਾਕਿਸਤਾਨ ਤੋਂ ਵੀ, ਆਪਾਂ ਬੈਟਰ ਹਾਂ 100 ਸਾਲ ਪਹਿਲਾਂ ਨਾਲੋਂ, ਜਾਂ 150 ਸਾਲ ਪਹਿਲਾਂ ਨਾਲੋਂ ਆਪਾਂ ਐਟਲੀਸਟ ਬੈਟਰ ਹਾਂ। ਇਸ ਚੀਜ਼ ਨੂੰ ਆਪਾਂ ਨੂੰ ਮੰਨਣਾ ਚਾਹੀਦਾ। ਬੈਟਰ ਇਨ ਦਾ ਸੈਂਸ, ਸਾਡੇ ਘਰੇ ਬਿਜਲੀ ਆਉਂਦੀ ਹੈ, ਸਾਡੇ ਕੋਲ ਥੋੜ੍ਹੀਆਂ ਬਹੁਤ ਸਹੂਲਤਾਂ ਹੈਗੀਆਂ ਨੇ ਐਟਲੀਸਟ, ਹੈ ਨਾ। ਔਰ ਜੇ ਮੈਂ ਵੈਸਟਰਨ ਕੰਟਰੀਜ਼ ਦੀ ਗੱਲ ਕਰਾਂ ਤਾਂ ਇੱਥੇ ਤਾਂ ਸਹੂਲਤਾਂ ਹੋਈਆਂ ਓਵਰ, ਮਤਲਬ ਕਿ ਬਹੁਤ ਜ਼ਿਆਦਾ ਹੋਈਆਂ, ਜਿਨ੍ਹਾਂ ਦੀ ਆਪਾਂ ਨੂੰ ਕਈ ਵਾਰ ਲੋੜ ਵੀ ਨਹੀਂ ਹੁੰਦੀ। ਸੋ ਇਹ ਚੀਜ਼ਾਂ ਆਪਾਂ ਨੂੰ ਪੈਂਪਰ ਕਰ ਰਹੀਆਂ ਨੇ। ਆਪਣੇ ਮਨ ਨੂੰ ਬਹੁਤ ਜ਼ਿਆਦਾ ਆਰਾਮਦਾਰੀ ਦੀ ਆਦਤ ਪਈ ਹੋਈ ਹੈ, ਉਹਦੇ ਵਿੱਚੋਂ ਇੱਕ ਤਰ੍ਹਾਂ ਦੀ ਸਫਰਿੰਗ ਨਿਕਲ ਕੇ ਆਉਂਦੀ ਆ। ਉਹਨੂੰ ਮੈਂ ਮੰਨਦਾ ਕਿ ਇਹ ਫੁਲਿਸ਼ ਸਫਰਿੰਗ ਹੈ। ਮਤਲਬ ਇਹ ਅੱਜ ਕੱਲ੍ਹ ਦੇ ਦੌਰ ਦੀ ਬਣੀ ਹੋਈ ਹੈ, ਔਰ ਇਹ ਆਪਾਂ ਹੀ ਬਣਾਈ ਹੋਈ ਹੈ, ਕਿਉਂਕਿ ਆਪਾਂ ਫੁਲਿਸ਼ ਐਕਟ ਕਰਦੇ ਹਾਂ, ਆਪਾਂ ਬੇਵਕੂਫਾਂ ਵਾਂਗੂ ਐਕਟ ਕਰਦੇ ਹਾਂ। ਇਸ ਪੋਡਕਾਸਟ ਦੇ ਵਿੱਚ ਮੈਂ ਫੁਲਿਸ਼ ਸਫਰਿੰਗ ਨੂੰ 3 ਹਿੱਸਿਆਂ 'ਚ ਡਿਵਾਈਡ ਕੀਤਾ ਹੋਇਆ, 3 ਅੱਡ-ਅੱਡ ਕੈਟੇਗਰੀਆਂ ਨੇ, ਅਤੇ ਮੈਂ ਇਹਦੇ ਵਿੱਚ ਗੱਲ ਕਰੂੰਗਾ 3 ਤਰ੍ਹਾਂ ਦੇ ਕਿਹੜੇ ਫੂਲ ਹੁੰਦੇ ਨੇ ਜਿਹੜੇ ਆਪਣੀ ਲਾਈਫ ਤਾਂ ਔਖੀ ਕਰਦੇ ਨੇ, ਅਤੇ ਦੂਸਰਿਆਂ ਦੀ ਵੀ ਲਾਈਫ ਨੂੰ ਔਖਾ ਕਰ ਲੈਂਦੇ ਨੇ, ਅਤੇ ਉਹ ਸਫਰ ਕਰਦੇ ਨੇ। ਔਰ ਮੈਂ ਇਹ ਗੱਲ ਪਹਿਲਾਂ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਗੁਣ ਮੇਰੇ 'ਚ ਵੀ ਨੇ। ਸਾਰਿਆਂ ਦੇ ਅੰਦਰ ਇਸ ਤਰ੍ਹਾਂ ਦੇ ਥੋੜ੍ਹੇ ਗੁਣ ਹੁੰਦੇ ਨੇ। ਕਿਸੇ ਦੇ ਅੰਦਰ ਬਹੁਤ ਜ਼ਿਆਦਾ ਹੁੰਦੇ ਨੇ ਅਤੇ ਕਿਸੇ 'ਚ ਘੱਟ ਵੀ ਹੋ ਸਕਦੇ ਨੇ, ਪਰ ਆਪਾਂ ਇਹਨਾਂ ਤੋਂ ਰਹਿਤ ਨਹੀਂ ਹੈਗੇ। ਐਵਰੀਬਡੀ ਹੈਜ਼ ਦੀਜ਼ ਕੁਆਲਿਟੀਜ਼। ਪਹਿਲੀ ਕੈਟੇਗਰੀ ਆ ਜਾਂਦੀ ਹੈ ਹੀਡੋਨਿਜ਼ਮ, ਯਾਨੀ ਕਿ ਪਲੈਜ਼ਰ ਸੀਕ ਕਰੋ, ਇੰਜੋਏ ਕਰੋ ਲਾਈਫ ਨੂੰ, ਯੂਥ ਨੂੰ ਇੰਜੋਏ ਕਰੋ, ਚਾਹੇ ਤੁਹਾਨੂੰ ਡਰੱਗ ਲੈਣਾ ਪਵੇ ਜਾਂ ਤੁਹਾਨੂੰ ਕੁਛ ਵੀ ਕਰਨਾ ਪਵੇ ਪਲੈਜ਼ਰ ਕਰਨ ਵਾਸਤੇ। ਇਸ ਤਰ੍ਹਾਂ ਦੀ ਮੈਂਟੈਲਿਟੀ ਤੁਹਾਨੂੰ ਬਹੁਤ ਆਮ ਦੇਖਣ ਨੂੰ ਮਿਲੂਗੀ, ਖਾਸ ਕਰਕੇ ਇੰਟਰਨੈਟ ਦੇ ਉੱਤੇ ਅਤੇ ਬਾਹਰਲੇ ਕੰਟਰੀਆਂ ਦੇ ਵਿੱਚ। ਹੀਡੋਨਿਜ਼ਮ ਤਾਂ ਕੁੱਟ ਕੇ ਭਰਿਆ ਹੋਇਆ ਇਸ ਸੁਸਾਇਟੀ ਦੇ ਵਿੱਚ, ਜਾਂ ਇਸ ਸਿਸਟਮ ਦੇ ਵਿੱਚ ਕਹਿ ਸਕਦੇ ਹਾਂ। ਬਹੁਤ ਸਾਲ ਪਹਿਲਾਂ ਨਾ ਮੇਰੇ ਨਾਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀਗਾ। ਉਹ ਕੰਮ ਠੀਕ ਕਰਦਾ ਸੀ ਅਤੇ ਵਧੀਆ, ਉਹਦਾ ਪੂਰਾ ਹਸਾਉਂਦਾ ਵੀ ਸੀ ਲੋਕਾਂ ਨੂੰ, ਪਰ ਉਹਦੀ ਇੱਕ ਮਾੜੀ ਆਦਤ ਸੀਗੀ, ਉਹ ਨਾ ਵੀਡ ਪੀਂਦਾ ਸੀਗਾ। ਅਤੇ ਕੰਮ ਛੱਡਣ ਤੋਂ ਬਾਅਦ ਉਹਨੇ ਬਸ ਘਰੇ ਜਾ ਕੇ ਵੀਡ ਪੀਣੀ ਹੁੰਦੀ ਸੀ। ਰੋਟੀ ਤਾਂ ਨਹੀਂ ਸੀ ਉਹ ਖਾਂਦਾ, ਬਸ ਉਹ ਵੀਡ ਹੀ ਪੀਂਦਾ ਸੀ। ਅਤੇ ਉਹਨੂੰ ਇੱਕ ਤਰ੍ਹਾਂ ਦੀ ਤਲਬ ਵੀ ਲੱਗ ਜਾਂਦੀ ਸੀ ਕਈ ਵਾਰੀ, ਕੰਮ 'ਤੇ ਵੀ ਉਹਨੂੰ ਐਂ ਹੁੰਦਾ ਸੀਗਾ ਵੀ ਬਸ ਵੀ ਹੁਣ ਬਹੁਤ ਹੋ ਗਿਆ, ਸਰੀਰ ਦੁਖਣ ਲੱਗ ਗਿਆ, ਹੈ ਨਾ। ਅਤੇ ਉਹਨੂੰ ਮੈਂ ਕਾਫੀ ਟਾਈਮ ਨੋਟ ਕਰਦਾ ਰਿਹਾ, ਸਾਲ 1.5 ਸਾਲ ਹੋ ਗਏ, 2 ਸਾਲ ਹੋ ਗਏ, ਮੈਂ ਉਹਨੂੰ ਨੋਟ ਕਰਦਾ ਰਿਹਾ। ਉਹਨੇ ਜਦੋਂ ਤੋਂ ਲੈ ਕੇ ਸਟਾਰਟ ਕੀਤੀ ਨਾ, ਅਤੇ ਜਦੋਂ ਤੱਕ ਐਂਡ ਕੀਤੀ, ਮੈਂ ਤੁਹਾਨੂੰ ਉਹਦੀ ਸਟੋਰੀ ਦੱਸਦਾ। ਪਹਿਲਾਂ ਉਹ ਵਧੀਆ ਹੁੰਦਾ ਸੀ, ਮਤਲਬ ਫੇਸ ਵੀ ਉਹਦਾ ਐਨ ਵਧੀਆ ਦਿਖਣਾ ਮੈਨੂੰ ਕਿ ਹਾਂ ਹੱਸ ਰਿਹਾ, ਅਤੇ ਅੱਖਾਂ ਤੋਂ ਪਤਾ ਲੱਗ ਜਾਂਦਾ ਬੰਦੇ ਦੀ। ਉਹ ਜਦੋਂ ਉਹਦੀ ਇਨਟੇਕ ਜ਼ਿਆਦਾ ਹੋਣ ਲੱਗ ਗਈ ਨਾ, ਉਸ ਚੀਜ਼ ਦੇ ਵਿੱਚ ਜ਼ਿਆਦਾ ਇੰਡਲਜ ਹੋ ਗਿਆ, ਤਾਂ ਉਹਦੇ ਅੱਖਾਂ ਤੋਂ ਵੀ ਪਤਾ ਲੱਗਣ ਲੱਗ ਗਿਆ ਵੀ ਇਹ ਨਸ਼ਾ ਇੰਨਾ ਜ਼ਿਆਦਾ ਇਹਦੇ ਮਨ ਦੇ ਵਿੱਚ ਉਤਰ ਚੁੱਕਾ। ਐਂਡ ਲੇਟਰ ਸਟੇਜ ਦੇ ਵਿੱਚ ਮੈਨੂੰ ਇੰਨਾ ਕੁ ਯਾਦ ਹੈ ਕਿ ਹੀ ਵਾਜ਼ ਪੈਰਾਨੋਇਡ, ਹੀ ਵਾਜ਼ ਐਕਚੁਅਲੀ ਵੈਰੀ ਪੈਰਾਨੋਇਡ, ਮਤਲਬ ਕਿ ਡਰਿਆ ਜਿਹਾ ਰਹਿੰਦਾ ਸੀਗਾ, ਘਬਰਾਇਆ ਜਿਹਾ ਰਹਿੰਦਾ ਸੀਗਾ, ਹੈ ਨਾ। ਆਈ ਥਿੰਕ ਇਹ ਹੋ ਜਾਂਦਾ, ਮੈਨੂੰ ਇੱਦਾਂ ਲੱਗਦਾ ਕਿ ਇਸ ਨਸ਼ੇ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ, ਇਹ ਸਾਈਡ ਇਫੈਕਟ ਹੋ ਸਕਦੇ ਨੇ। ਅਤੇ ਇਵੈਂਚੁਅਲੀ ਹੋਇਆ ਕਿ ਉਹਦੇ ਕੋਲ ਵੀਜ਼ਾ ਨਹੀਂ ਸੀਗਾ, ਉਹਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ। ਵੀਜ਼ਾ ਓਬਵੀਅਸਲੀ ਐਕਸਪਾਇਰ ਤਾਂ ਹੋ ਗਿਆ ਸੀ ਕਿਉਂਕਿ ਉਹਨੇ ਇੰਨੀ ਲੇਜ਼ੀਨੈਸ ਕਰਕੇ ਉਹਨੇ ਅਪਲਾਈ ਵੀ ਨਹੀਂ ਕੀਤਾ, ਅਤੇ ਪੈਸਿਆਂ ਦੀ ਕਮੀ ਹੋਣ ਕਰਕੇ ਬਹੁਤ ਸਾਰੇ ਰੀਜ਼ਨ ਸੀਗੇ, ਬਟ ਉਹ ਸਾਰੇ ਰੀਜ਼ਨ ਡਰੱਗ ਨਾਲ ਹੀ ਰਿਲੇਟ ਕਰਦੇ ਸੀਗੇ। ਇੱਕ ਦਿਨ ਉਹ ਬੰਦਾ ਘਰੇ ਬੈਠਾ ਇੰਨਾ ਪੈਰਾਨੋਇਡ ਹੋ ਗਿਆ ਕਿ ਉਹਨੂੰ ਪਤਾ ਸੀ ਕਿ ਉਹਦਾ ਹੁਣ ਪਾਸਪੋਰਟ ਐਕਸਪਾਇਰ ਹੋਣ ਵਾਲਾ ਆ, ਅਤੇ ਉਹਨੇ ਕੀ ਡਿਸਾਈਡ ਕੀਤਾ
ਉਹਨੇ ਐਂ ਸੋਚਿਆ ਕਿ ਹੁਣ ਮੈਂ ਕੋਈ ਐਪਲੀਕੇਸ਼ਨ ਨਹੀਂ ਲਾਣੀ ਹੈਗੀ, ਮੈਂ ਆਪਣਾ ਬੈਗ ਬੰਨ੍ਹ ਕੇ ਇੰਡੀਆ ਜਾ ਰਿਹਾ ਕਿ ਜੇ ਮੇਰਾ ਪਾਸਪੋਰਟ ਐਕਸਪਾਇਰ ਹੋ ਗਿਆ ਤਾਂ ਮੇਰੀ ਨੈਸ਼ਨੈਲਿਟੀ ਖਤਮ ਹੋ ਜੂਗੀ, ਤਾਂ ਮੈਂ ਕਿਸੇ ਵੀ ਨੇਸ਼ਨ ਦਾ ਨਹੀਂ ਰਹੂੰਗਾ। ਇਸ ਤਰ੍ਹਾਂ ਦਾ ਉਹਦਾ ਪੈਰਾਨੋਇਆ ਸੀਗਾ ਐਂਡ ਹੀ ਜਸਟ ਲੈਫਟ ਦ ਕੰਟਰੀ ਵਿਦਆਊਟ ਟੈਲਿੰਗ ਐਨੀਵਨ, ਹੈ ਨਾ। ਮੈਨੂੰ ਇੰਨੀ ਇੱਕ ਸਟੋਰੀ ਪਤਾ। ਦਿਸ ਇਜ਼ ਕਾਲਡ ਸਫਰਿੰਗ, ਦਿਸ ਇਜ਼ ਰੀਅਲ ਸਫਰਿੰਗ, ਠੀਕ ਹੈ। ਆਪਣੇ ਆਪ ਨੂੰ ਪਰੇਸ਼ਾਨ ਕਰ ਰਹੇ ਹੋ ਜਸਟ ਬਿਕੋਜ਼ ਆਫ ਹੀਡੋਨਿਜ਼ਮ, ਪਲੈਜ਼ਰ, ਡਰੱਗ ਦੇ ਵਿੱਚੋਂ, ਓਪੋਜ਼ਿਟ ਜੈਂਡਰ ਦੇ ਵਿੱਚੋਂ ਕਿ ਫਲਾਣੇ ਨੂੰ ਡੇਟ ਕਰ ਲਈਏ ਆਪਾਂ, ਇਹਨੂੰ ਮੈਨੂਪਲੇਟ ਕਰ ਲਈਏ, ਇਹਦੇ 'ਚੋਂ ਪਲੈਜ਼ਰ ਲੈ ਲਈਏ ਆਪਾਂ, ਇਹ ਚੀਜ਼ਾਂ ਦੇ ਵਿੱਚ, ਨਸ਼ਿਆਂ ਦੇ ਵਿੱਚ, ਹੈ ਨਾ। ਇਹ ਪਾਥ ਬੜਾ ਗਲਤ ਹੁੰਦਾ, ਇਹ ਚੀਜ਼ ਮੈਂ ਨੋਟ ਕੀਤੀ ਆ। ਇਹ ਪਾਥ ਮੋਸਟਲੀ ਬੰਦੇ ਨੂੰ ਡਿਸਟਰੋਏ ਕਰਦਾ, ਔਰ ਇਹ ਛੋਟੀ ਉਮਰ 'ਚ ਤਾਂ ਕਰ ਹੀ ਦਿੰਦਾ, ਪਰ ਇਹ ਵੱਡੀ ਉਮਰ 'ਚ ਵੀ ਜਾ ਕੇ ਕਰ ਦਿੰਦਾ। ਜੇ ਬੰਦੇ ਦੇ ਜਿਹੜੇ ਕਹਿ ਲਓ ਨਾ, ਬੰਦੇ ਦੇ ਅਰਮਾਨ 50 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਜਾਗਦੇ ਨੇ, ਹਾਂਜੀ ਹੁਣ ਨਸ਼ਾ ਕਰਨਾ, ਉਦੋਂ ਵੀ ਖਰਾਬ ਕਰ ਲੈਂਦਾ ਇਹ। ਦੂਸਰੀ ਜਿਹੜੀ ਟਾਈਪ ਦੀ ਸਫਰਿੰਗ ਹੁੰਦੀ ਹੈ ਨਾ, ਫੁਲਿਸ਼ ਸਫਰਿੰਗ, ਉਹ ਜੈਲਸੀ ਦੇ ਵਿੱਚੋਂ ਨਿਕਲਦੀ ਆ। ਮਤਲਬ ਤੁਸੀਂ ਜੈਲਸ ਹੁੰਦੇ ਹੋ ਬੰਦੇ ਨੂੰ ਦੇਖ ਕੇ, ਤੁਸੀਂ ਜਰਦੇ ਨਹੀਂ ਹੈਗੇ ਕਿ ਕੋਈ ਬੰਦਾ ਥੋੜ੍ਹੀ ਜਿਹੀ ਵੀ ਤਰੱਕੀ ਕਰ ਜੇ ਤਾਂ ਆਪਾਂ ਨੂੰ ਤਕਲੀਫ ਹੋਣ ਲੱਗ ਜਾਂਦੀ ਹੈ। ਐਂਡ ਤਕਲੀਫ ਤਾਂ ਹੁੰਦੀ ਹੈ, ਪਰ ਆਪਾਂ ਉਹਦੇ ਉੱਤੇ ਰਿਐਕਟ ਵੀ ਕਰਦੇ ਹਾਂ। ਵੀ ਜਸਟ ਰਿਐਕਟ ਇੰਪਲਸਿਵਲੀ। ਆਪਣੀ ਬੋਡੀ ਤੋਂ ਪਤਾ ਲੱਗ ਜਾਂਦਾ, ਆਪਾਂ ਕੋਈ ਨਾ ਕੋਈ ਉਲਟਾ ਸਿੱਧਾ ਐਕਟ ਕਰ ਜਾਂਦੇ ਹਾਂ। ਆਈ ਥਿੰਕ ਜੈਲਸੀ ਵਾਲਾ ਟਰੇਟ ਬਹੁਤ ਹੀ ਗੰਦਾ ਟਰੇਟ ਹੈ ਐਂਡ ਇਹ ਪ੍ਰਾਈਮੇਟਸ ਦੇ ਵਿੱਚ ਪਾਇਆ ਜਾਂਦਾ। ਜਿਹੜੇ ਆਪਾਂ ਏਪਸ ਹੈਗੇ ਆ, ਇਹਨਾਂ ਮੋਸਟਲੀ ਆਪਣੇ ਵਿੱਚ ਜੈਲਸੀ ਦਾ ਫੈਕਟਰ ਹੁੰਦਾ। ਇੰਟਰਸਟਿੰਗ ਗੱਲ ਇਹ ਹੈ, ਪੁਰਾਣੇ ਟਾਈਮਾਂ 'ਚ ਪਤਾ ਕੀ ਹੁੰਦਾ ਸੀ, ਲੋਕ ਨਾ ਕਬੀਲਿਆਂ ਦੇ ਵਿੱਚ ਜਦੋਂ ਰਹਿੰਦੇ ਸੀ ਤਾਂ ਇੱਕ ਦੂਜੇ ਦੀਆਂ ਅੱਖਾਂ ਵੱਲ ਦੇਖਦੇ ਸੀ। ਮਤਲਬ ਆਪਾਂ ਕਈ ਵਾਰੀ ਪਿੰਡਾਂ 'ਚ ਵੀ ਸੁਣਦੇ ਹਾਂ ਨਾ ਵੀ ਇਹ ਬੰਦੇ ਦੀ ਮੈਲੀ ਅੱਖ ਹੈ ਜਾਂ ਮਾੜੀ ਅੱਖ ਹੈ। ਪੁਰਾਣੇ ਕਬੀਲਿਆਂ 'ਚ ਪਤਾ ਕੀ ਹੁੰਦਾ ਸੀਗਾ, ਜਦੋਂ ਕੋਈ ਵੀ ਬੰਦਾ ਜੈਲਸੀ ਰਾਹੀਂ ਜਾਂ ਮਤਲਬ ਕਿਸੇ ਹੋਰ ਰੀਜ਼ਨ ਕਰਕੇ ਤੁਹਾਡੇ ਵੱਲ ਮਾੜੀ ਨਿਗਾਹ ਨਾਲ ਦੇਖਦਾ ਸੀ ਨਾ, ਕਿ ਗਲਤ ਅੱਖਾਂ ਨਾਲ, ਗਲਤ ਐਨਰਜੀ ਨਾਲ ਤੁਹਾਨੂੰ ਦੇਖਦਾ ਸੀਗਾ, ਤਾਂ ਉਹ ਕਬੀਲੇ ਦੇ ਵਿੱਚ ਜਾਂ ਤਾਂ ਉਸ ਬੰਦੇ ਨੂੰ ਮਾਰ ਦਿੰਦੇ ਸੀ ਜਾਂ ਬੰਦੇ ਉਸ ਕਬੀਲੇ 'ਚੋਂ ਉਹਨੂੰ ਕੱਢ ਦਿੰਦੇ ਸੀਗੇ। ਦੈਟ ਵਾਜ਼ ਦ ਰੂਲ। ਇਹ ਮਤਲਬ ਇਸ ਤਰ੍ਹਾਂ ਦਾ ਇੰਸਟਿੰਕਟ ਹੁੰਦਾ ਸੀ ਉਹਨਾਂ ਦਾ ਕਰਨ ਦਾ। ਪਰ ਅਨਫੋਰਚੂਨੇਟਲੀ ਅੱਜ ਕੱਲ੍ਹ ਆਪਾਂ ਇਸ ਤਰ੍ਹਾਂ ਦੀ ਚੀਜ਼ ਪਛਾਣ ਹੀ ਨਹੀਂ ਪਾਉਂਦੇ। ਬਹੁਤ ਔਖਾ ਹੋ ਜਾਂਦਾ ਕਿਸੇ ਵੀ ਬੰਦੇ ਦੀ ਜੈਲਸੀ ਨੂੰ ਨੋਟ ਕਰਨਾ, ਉਸ ਬੰਦੇ ਦੀ ਮਾੜੀ ਜਿਹੜੀ ਹੈਗੀ ਹੈ ਇੱਛਾ ਨੂੰ ਨੋਟ ਕਰਨਾ ਬੜਾ ਔਖਾ ਹੋ ਜਾਂਦਾ। ਮੈਂ ਤੁਹਾਨੂੰ ਇੱਕ ਪਰਸਨਲ ਸਟੋਰੀ ਸੁਣਾਉਣਾ। ਮੇਰਾ ਇੱਕ ਵਧੀਆ ਫਰੈਂਡ ਸੀਗਾ, ਕਾਫੀ ਕਲੋਜ਼ ਸੀਗਾ ਅਤੇ ਵਧੀਆ ਬਣਦੀ ਸੀ ਮੇਰੀ, ਬਟ ਮੈਨੂੰ ਉਹਦੀਆਂ ਕੁਛ ਆਦਤਾਂ ਦਾ ਪਤਾ ਸੀ ਜਿਹਦੇ ਵਿੱਚ ਜੈਲਸੀ ਇਨਕਲੂਡਡ ਸੀਗੀ। ਮੈਨੂੰ ਉਹਦਾ ਆਈਡੀਆ ਸੀਗਾ ਉਸ ਚੀਜ਼ ਦਾ। ਹੀ ਵਾਜ਼ ਸੋਰਟ ਆਫ ਮਾਕੀਆਵੈਲੀਅਨ ਟਾਈਪ, ਹੈ ਨਾ, ਕਿ ਪਤਾ ਹੀ ਨਹੀਂ ਲੱਗਦਾ ਸੀ ਕਿੱਥੇ ਝੂਠ ਬੋਲ ਜਾਂਦਾ ਬੰਦਾ ਅਤੇ ਕਿੱਥੇ ਕੀ ਕਹਿ ਜਾਂਦਾ, ਹੈ ਨਾ, ਯੂ ਨੈਵਰ ਨੋ। ਤਾਂ ਮੈਨੂੰ ਉਹ ਆਈਡੀਆ ਸੀਗਾ। ਇੱਕ ਵਾਰੀ ਕੀ ਹੋਇਆ, ਅਸੀਂ ਅਲੱਗ-ਅਲੱਗ ਸ਼ਹਿਰ 'ਚ ਸੀਗੇ, ਹੀ ਵਾਜ਼ ਫਾਰ ਅਵੇ, ਅਤੇ ਉਹ PR ਸੀ ਮੁੰਡਾ। ਜਸਟ ਫॉर ਦ ਬੈਕਗਰਾਊਂਡ, ਉਹ ਮੁੰਡਾ PR ਸੀ, ਸੈਟਲ ਹੋ ਚੁੱਕਾ ਸੀਗਾ ਆਪਦਾ, ਮਤਲਬ ਹੌਲੀ-ਹੌਲੀ ਆਪਦੀ ਪੜ੍ਹਾਈ ਕਰ ਰਿਹਾ ਸੀ, ਬਟ ਉਹ PR ਹੋ ਚੁੱਕਾ ਸੀ। ਅਤੇ ਉਹਨੇ ਮੈਨੂੰ ਫ਼ੋਨ ਕੀਤਾ, ਡਰੰਕ ਸੀਗਾ, ਅਤੇ ਮੈਨੂੰ ਕਹਿੰਦਾ ਹਿੰਮਤ, ਕਹਿੰਦਾ ਯਾਰ ਮੇਰੇ ਲਾਈਫ ਦਾ ਨਾ ਬਹੁਤ ਵੱਡਾ ਮੈਨੂੰ ਦੁੱਖ ਲੱਗਿਆ। ਮੈਂ ਕੀ ਹੋ ਗਿਆ? ਦੁੱਖ ਕੀ ਸੀਗਾ? ਉਹਦਾ ਜਿਹੜਾ ਲੰਗੋਟੀਆ ਯਾਰ ਸੀ ਇੱਕ ਇੰਡੀਆ ਦਾ, ਮਤਲਬ ਛੋਟੇ ਹੁੰਦੇ ਤੋਂ ਉਹਨੂੰ ਜਾਣਦਾ ਸੀ, ਪ੍ਰੇਮ ਪਿਆਰ ਵਧੀਆ ਸੀ, ਉਹ ਬੰਦਾ ਕੈਨੇਡਾ ਆ ਕੇ ਬੜੀ ਜਲਦੀ ਪੱਕਾ ਹੋ ਗਿਆ। ਮਤਲਬ ਪਿੱਛੇ ਜੇ ਜਦੋਂ ਐਕਸਪ੍ਰੈਸ ਐਂਟਰੀ ਦਿਸ ਐਂਡ ਦੈਟ ਚੱਲਿਆ ਤਾਂ ਉਹ ਬੜੀ ਈਜ਼ੀਲੀ ਪੱਕਾ ਹੋ ਗਿਆ। ਉਸ ਮੁੰਡੇ ਨੇ ਜਦੋਂ ਉਹਨੂੰ ਦੱਸਿਆ ਕਿ ਮੈਂ ਪੱਕਾ ਹੋ ਗਿਆ, ਹੈ ਨਾ, ਤਾਂ ਇਹ ਬੰਦੇ ਨੂੰ ਬਹੁਤ ਵੱਡਾ ਸ਼ੌਕ ਲੱਗਿਆ, ਇਹਨੂੰ ਝਟਕਾ ਲੱਗਿਆ। ਐਂਡ ਦੈਟ ਇਵੈਂਟ ਬਿਕੇਮ ਦ ਵਰਸਟ ਮੋਮੈਂਟ ਆਫ ਹਿਜ਼ ਲਾਈਫ। ਇਹ ਬੰਦਾ ਮੈਨੂੰ ਕਨਫੈਸ ਕਰ ਰਿਹਾ ਕਿ ਇਹ ਮੇਰਾ ਸਭ ਤੋਂ ਵੱਡਾ ਦੁੱਖ ਹੈ। ਮੈਂ ਇੰਨਾ ਜ਼ਿਆਦਾ ਅਨਕੰਫਰਟੇਬਲ ਹੋ ਗਿਆ ਨਾ ਇਹਦੇ ਨਾਲ ਕਾਲ 'ਤੇ ਗੱਲ ਕਰਕੇ, ਅਤੇ ਉਹ ਤੀਸਰੇ ਬੰਦੇ ਨੂੰ ਤਾਂ ਮੈਂ ਜਾਣਦਾ ਵੀ ਨਹੀਂ, ਆਮ ਜਸਟ ਟਾਕਿੰਗ ਅਬਾਊਟ ਹਿਮ, ਕਿ ਇਸ ਬੰਦੇ ਦਾ ਕਿਸ ਤਰ੍ਹਾਂ ਦਾ ਅੰਦਰੋਂ ਉਬਾਲ ਹੋ ਰਿਹਾ ਕਿ ਕੋਈ ਬੰਦਾ ਤਰੱਕੀ ਕਰ ਗਿਆ, ਹੈ ਨਾ। ਅਤੇ ਮੈਂ ਕੀ ਕੀਤਾ, ਵਿਦਿਨ 1 or 2 months ਆਈ ਜਸਟ ਸਟੋਪ ਟਾਕਿੰਗ ਟੂ ਦਿਸ ਗਾਏ, ਠੀਕ ਹੈ। ਅਤੇ ਮੈਂ ਨਾ ਤਾਂ ਉਹਨੂੰ ਰੀਜ਼ਨ ਵਾਲਾ ਦੱਸਿਆ, ਬਿਕੋਜ਼ ਆਈ ਡਿਡਨਟ ਫੀਲ ਲਾਈਕ, ਬਿਕੋਜ਼ ਜੇ ਬੰਦਾ ਸਮਝਣ ਵਾਲਾ ਹੁੰਦਾ ਨਾ ਤਾਂ ਮੈਂ ਸਮਝਾ ਦਿੰਦਾ, ਬਟ ਉਹ ਬੰਦਾ ਸਮਝਣ ਵਾਲਿਆਂ 'ਚੋਂ ਵੀ ਹੈ ਨਹੀਂ ਸੀ। ਮੈਨ, ਇਫ ਯੂ ਆਰ ਲਿਸਨਿੰਗ ਟੂ ਦਿਸ ਪੋਡਕਾਸਟ, ਦਿਸ ਵਾਜ਼ ਦ ਰੀਜ਼ਨ ਕਿ ਮੈਂ ਨਹੀਂ ਗੱਲ ਕੀਤੀ ਮੁੜ ਕੇ, ਬਿਕੋਜ਼ ਆਈ ਡੋਂਟ ਵਾਂਟ ਦੀਜ਼ ਕਾਈਂਡ ਆਫ ਪੀਪਲ ਅਰਾਊਂਡ। ਜੈਲਸ ਟਾਈਪਸ ਆਰ ਦ ਵਰਸਟ, ਠੀਕ ਹੈ। ਉਹ ਤੁਹਾਨੂੰ ਵੀ ਸਫਰ ਕਰਾਉਂਦੇ ਆ ਅਤੇ ਆਪ ਵੀ ਸਫਰ ਕਰਦੇ ਆ, ਲਾਈਫ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਕਰ ਦਿੰਦੇ ਨੇ। ਸੋ ਇਹ ਜਿਹੜੀ ਸੈਕਿੰਡ ਟਾਈਪ ਹੈ ਇਹ ਵੀ ਬਹੁਤ ਮਾੜੀ ਆ, ਇਹਨਾਂ ਤੋਂ ਬਚਣਾ ਚਾਹੀਦਾ ਆਪਾਂ ਨੂੰ। ਮੈਂ ਅੱਜ ਕੱਲ੍ਹ ਵੈਸੇ ਇੱਕ ਬੁੱਕ ਪੜ੍ਹ ਰਿਹਾ, ਲਾਜ਼ ਆਫ ਹਿਊਮਨ ਨੇਚਰ, ਮੈਨੂੰ ਕਾਫੀ ਪਤਾ ਲੱਗ ਰਿਹਾ ਉਹਦੇ ਵਿੱਚੋਂ ਚੀਜ਼ਾਂ ਦਾ, ਐਂਡ ਆਈ'll ਟਰਾਈ ਟੂ ਸ਼ੇਅਰ ਔਨ ਦ ਪੋਡਕਾਸਟ। ਹੁਣ ਆਪਾਂ ਆ ਜਾਂਦੇ ਹਾਂ ਸਭ ਤੋਂ ਟੌਪ ਟੀਅਰ ਸਫਰਿੰਗ, ਸਭ ਤੋਂ ਟੌਪ ਟੀਅਰ ਫੁਲਿਸ਼ ਸਫਰਿੰਗ ਦੀ ਜਿਹੜੀ ਕੈਟਾਗਰੀ ਆ ਨਾ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ, ਜੋ ਕਿ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਕਰਨਾ ਚਾਹੀਦਾ ਅਤੇ ਹੋਰਾਂ ਨੂੰ ਵੀ ਨਹੀਂ ਕਰਨਾ ਚਾਹੀਦਾ। ਆਈ ਵੁੱਡ ਸੇ ਇਹ ਸਫਰਿੰਗ ਹੈਗੀ ਆ ਕਿ ਤੁਹਾਡੇ ਅੰਦਰ ਨਾ ਬਹੁਤ ਸਾਰੀ ਸੈਲਫ ਰਾਈਚੀਅਸਨੈਸ ਹੁੰਦੀ ਹੈ ਕਿ ਤੁਸੀਂ ਕਦੇ ਗਲਤ ਨਹੀਂ ਹੈਗੇ। ਤੁਹਾਡੇ ਅੰਦਰ ਇੱਕ ਤਰ੍ਹਾਂ ਦਾ ਗੋਡ ਵਾਲਾ ਕੋਈ ਕੰਪਲੈਕਸ ਹੈ ਕਿ ਤੁਸੀਂ ਗੋਡ ਹੋ, ਹੈ ਨਾ। ਅਤੇ ਇਸ ਤਰ੍ਹਾਂ ਦੇ ਬੰਦੇ ਨਾ
ਸੋ ਕਾਲਡ ਰੱਬ ਦੇ ਵੀ ਬਹੁਤ ਨੇੜੇ ਹੁੰਦੇ ਆ। ਮੈਂ ਸੋ ਕਾਲਡ ਤਾਂ ਕਹਿ ਰਿਹਾ ਕਿਉਂਕਿ ਇਹ ਉਹ ਰੱਬ ਨਹੀਂ ਹੈਗਾ ਜਿਹੜਾ ਸਾਰੀ ਦੁਨੀਆ ਦਾ ਰੱਬ ਹੈ। ਇਹ ਉਹ ਰੱਬ ਹੈ ਜਿਹੜਾ ਸਿਰਫ ਇਹਨਾਂ ਦੇ ਮਾਈਂਡ 'ਚ ਹੀ ਹੈ, ਕਿਉਂਕਿ ਇਹ ਡਿਲੂਜ਼ਨਲ ਹੁੰਦੇ ਨੇ। ਇਸੇ ਕਰਕੇ ਇਹ ਲੋਕ ਆਪਣੀ ਡਿਲੂਜ਼ਨ ਨੂੰ ਪੂਰਾ ਕਰਨ ਲਈ ਸਵੇਰੇ ਜਲਦੀ ਉੱਠ ਕੇ ਰੱਬ ਨੂੰ ਰਿਸ਼ਵਤ ਦਿੰਦੇ ਨੇ ਅਤੇ ਮਨਾਉਂਦੇ ਨੇ ਅਤੇ ਪਾਠ ਪੂਜਾ ਬਹੁਤ ਜ਼ਿਆਦਾ ਐਕਟਿੰਗ ਕਰਦੇ ਨੇ ਕਰਨ ਦੀ। ਪਰ ਐਟ ਦੀ ਐਂਡ ਆਫ ਦ ਡੇ ਜਾਂ ਥਰੂ ਆਊਟ ਦ ਡੇ ਇਹ ਲੋਕਾਂ ਨਾਲ ਬਹੁਤ ਝੂਠ ਬੋਲਦੇ ਨੇ, ਬਹੁਤ ਜ਼ਿਆਦਾ ਉਹ ਕਰਦੇ ਨੇ, ਗਲਤ ਬਿਹੇਵੀਅਰ ਸ਼ੋਅ ਕਰਦੇ ਨੇ। ਰਾਤ ਤੱਕ ਆਪਣੀਆਂ ਗਲਤੀਆਂ ਦੀ ਮਾਫੀ ਪਤਾ ਨਹੀਂ ਮੰਗਦੇ ਹੋਣਗੇ ਕਿ ਨਹੀਂ, ਬਟ ਨੈਕਸਟ ਡੇ ਜਦੋਂ ਗੁਰਦੁਆਰੇ ਜਾਂਦੇ ਆ ਨਾ ਤਾਂ ਇਹਨਾਂ ਨੂੰ ਐਂ ਲੱਗਦਾ ਕਿ ਐਵਰੀਥਿੰਗ ਹੈਜ਼ ਬਿਨ ਓਕੇ, ਸਾਰਾ ਕੁਛ ਠੀਕ ਹੋ ਚੁੱਕਾ। ਅਤੇ ਦੈਟਸ ਹਾਊ ਦੀਜ਼ ਪੀਪਲ ਓਪਰੇਟ। ਐਕਚੁਅਲੀ ਮੈਂ ਗੱਲ ਇਹ ਕਹਿਣਾ ਚਾਹ ਰਿਹਾ ਕਿ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਝੂਠ ਬੋਲ ਰਹੇ ਹਾਂ ਅਤੇ ਇਹ ਇੰਨੇ ਕੁ ਵੀ ਅਵੇਅਰ ਨਹੀਂ ਹੁੰਦੇ ਹੈਗੇ। ਮੈਂ ਨਾ ਡੋਸਟੋਯੇਵਸਕੀ ਦਾ ਇੱਕ ਕੋਟ ਪੜ੍ਹ ਕੇ ਸੁਣਾਉਣਾ, ਬਹੁਤ ਹੀ ਇੰਟਰਸਟਿੰਗ ਕੋਟ ਹੈ। ਡੋਸਟੋਯੇਵਸਕੀ ਨੇ ਲਿਖਿਆ ਹੈ ਕਿ ਦ ਮੋਸਟ ਓਫੈਂਸਿਵ ਇਜ਼ ਨਾਟ ਦੇਅਰ ਲਾਇੰਗ, ਵਨ ਕੈਨ ਆਲਵੇਜ਼ ਫੋਰਗਿਵ ਲਾਇੰਗ। ਲਾਇੰਗ ਇਜ਼ ਅ ਡਿਲਾਈਟਫੁਲ ਥਿੰਗ ਫॉर ਇਟ ਲੀਡਸ ਟੂ ਟਰੂਥ। ਵਾਟ ਇਜ਼ ਓਫੈਂਸਿਵ ਇਜ਼ ਦੇ ਲਾਈ ਐਂਡ ਦੈਨ ਦੇ ਵਰਸ਼ਿਪ ਦੇਅਰ ਓਨ ਲਾਇੰਗ। ਬਹੁਤ ਹੀ ਡੀਪ ਜਿਹੜਾ ਹੈਗਾ ਕੋਟ ਹੈ। ਕਹਿੰਦੇ ਕਿ ਮੈਂ ਝੂਠ ਬੋਲਣ ਨੂੰ ਮਾफ़ ਕਰ ਸਕਦਾ, ਕੋਈ ਵੀ ਬੰਦਾ ਮਾफ़ ਕਰ ਸਕਦਾ, ਪਰ ਕਹਿੰਦੇ ਸਭ ਤੋਂ ਮਾੜੀ ਗੱਲ ਇਹ ਹੁੰਦੀ ਹੈ ਕਿ ਬੰਦਾ ਆਪਣੇ ਝੂਠ ਦੀ ਹੀ ਪੂਜਾ ਕਰੀ ਜਾਵੇ, ਕਿ ਉਸ ਚੀਜ਼ ਨੂੰ ਹੀ ਬਾਰ-ਬਾਰ ਗਾਈ ਜਾਵੇ ਅਤੇ ਲੋਕਾਂ ਦੇ ਵਿੱਚ ਕਨਵਿੰਸ ਕਰਾ ਦੇਵੇ ਕਿ ਇਹੀ ਸੱਚ ਹੈ। ਆਈ ਥਿੰਕ ਤੁਸੀਂ ਆਪਣੇ ਆਲੇ ਦੁਆਲੇ ਕਾਫੀ ਦੇਖਿਆ ਹੋਣਾ, ਤੁਹਾਡੀਆਂ ਫੈਮਲੀਜ਼ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਲੋਕ ਹੋਣਗੇ, ਸੋ ਕਾਲਡ ਸਿਆਣੇ ਲੋਕ ਹੁੰਦੇ ਨੇ ਅਤੇ ਕਈਆਂ ਦੀ ਉਮਰ ਬਹੁਤ ਜ਼ਿਆਦਾ ਹੋ ਜਾਂਦੀ ਹੈ, ਬਟ ਦੇ ਹੈਵ ਸਪੈਂਟ ਦੇਅਰ ਹੋਲ ਲਾਈਫ fucking lying to people, ਹੈ ਨਾ। they have nothing to show for except white hair and that's the sole reason they get respect from people. white hair ਜੇ white hair ਹੈਗੇ ਆ, that's the only reason they get respect. otherwise even family members ਵੀ respect ਨਹੀਂ ਕਰਦੇ ਹੈਗੇ। I don't want to be that guy, ਠੀਕ ਹੈ। so at least ਮੈਂ ਟਰਾਈ ਕਰਦਾ ਕਿ ਮੈਂ ਝੂਠ ਨਾ ਬੋਲਾਂ ਅਤੇ ਮੈਂ ਆਪਣੇ ਆਪ ਨਾਲ ਝੂਠ ਨਾ ਬੋਲਾਂ, ਕਿ ਮੈਂ ਡਿਲੂਜ਼ਨ 'ਚ ਹੀ ਰਹਾਂ ਹੈ ਨਾ ਚੀਜ਼ਾਂ ਦੇ ਵਿੱਚ। ਅਤੇ I don't like to act, ਬਟ ਵਾਚ ਆਊਟ ਫॉर ਪੀਪਲ ਜਿਹੜੇ ਐਕਟ ਕਰਦੇ ਨੇ, ਪਖੰਡ ਬਹੁਤ ਜ਼ਿਆਦਾ ਕਰਦੇ ਨੇ ਤੁਹਾਡੇ ਅੱਗੇ, ਐਂਡ ਸੈਲਫ ਰਾਈਚੀਅਸ ਹੁੰਦੇ ਨੇ ਕਿ ਅਸੀਂ ਹੀ ਰੱਬ ਨੂੰ ਮੰਨਦੇ ਹਾਂ, ਅਸੀਂ ਹੀ ਸਭ ਤੋਂ ਜ਼ਿਆਦਾ ਸੁਪੀਰੀਅਰ ਹਾਂ। ਆਈ ਥਿੰਕ ਇੰਨਾ ਜ਼ਿਆਦਾ ਓਵਰ ਕੌਨਫੀਡੈਂਸ ਹੋਣਾ ਚੰਗੀ ਗੱਲ ਨਹੀਂ ਹੁੰਦੀ, ਬੰਦੇ ਨੂੰ ਕਿਤੇ ਨਾ ਕਿਤੇ ਲੈ ਕੇ ਬਹਿ ਜਾਂਦੀ ਆ। ਸੋ ਇਹ 3 ਤਰ੍ਹਾਂ ਦੀਆਂ ਫੂਲਿਸ਼ ਸਫਰਿੰਗ ਦੀ ਮੈਂ ਗੱਲ ਕੀਤੀ ਹੈ ਕਿ ਇਹ ਕੈਟੇਗਰੀਆਂ ਨੇ ਮੋਟੀਆਂ-ਮੋਟੀਆਂ, ਅਤੇ ਮੈਂ ਟਰਾਈ ਕਰਦਾ ਹੁੰਦਾ ਕਿ ਮੈਂ ਇਹਨਾਂ 'ਚ ਫੋਲ ਨਾ ਕਰਾਂ। ਮੈਂ ਬਹੁਤ ਹੀ ਮਿਨੀਮਮ ਰੱਖਾਂ ਇਹਨਾਂ ਕੁਆਲਿਟੀਜ਼ ਨੂੰ, ਕਿਉਂਕਿ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਐਂਡ ਇਟ ਹੈਪਨਸ ਟੂ ਐਵਰੀਬਡੀ ਹੈਜ਼ ਡਾਰਕ ਸਾਈਡ, ਹੈ ਨਾ। ਵਾਈ ਸਫਰਿੰਗ, ਫਿਰ ਅੱਗੇ ਕੁਐਸਚਨ ਆ ਜਾਂਦਾ ਕਿ ਵਾਈ ਸਫਰਿੰਗ, ਕਿਉਂ? ਬੰਦਾ ਰੱਬ ਨੂੰ ਪੁੱਛਦਾ, ਜਾਂ ਬੰਦਾ ਯੂਨੀਵਰਸ ਨੂੰ ਪੁੱਛਦਾ, ਜਾਂ ਬੰਦਾ ਕਿਸੇ ਨੂੰ ਵੀ ਪੁੱਛਦਾ। ਆਈ ਥਿੰਕ ਸਫਰਿੰਗ ਬੰਦੇ ਨੂੰ ਕਰਨੀ ਚਾਹੀਦੀ ਆ ਅਗਰ ਆਪਾਂ ਕੁਛ ਸਿੱਖਣਾ। ਸਫਰਿੰਗ ਇਜ਼ ਇਨਐਵਿਟੇਬਲ। ਸਫਰਿੰਗ ਦਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਸ ਚੀਜ਼ ਨੂੰ ਸਕਿਪ ਕਰ ਦੂੰਗਾ ਆਪਣੀ ਲਾਈਫ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਵਿੱਚੋਂ, ਇਸ ਚੈਪਟਰ ਨੂੰ ਮੈਂ ਸਕਿਪ ਕਰ ਦੂੰਗਾ। ਯੂ ਕੈਂਟ ਸਕਿਪ ਦਿਸ ਚੈਪਟਰ। ਇਹਨੇ ਬਾਰ-ਬਾਰ ਕਿਤੇ ਨਾ ਕਿਤੇ ਆਉਣਾ ਹੀ ਆਉਣਾ, ਆਪਣੇ ਸਾਹਮਣੇ ਇਸ ਚੀਜ਼ ਨੇ ਪੇਸ਼ ਹੋਣਾ ਹੀ ਆ। ਫਿਰ ਬੰਦਾ ਸੋਚਦਾ ਵੀ ਇਹਦਾ ਹੱਲ ਕਿੱਥੇ ਆ? ਜੇ ਇੰਨੀ ਸਫਰਿੰਗ ਹੈ ਦੁਨੀਆ ਦੇ ਉੱਤੇ, ਲੋਕ ਇੱਕ ਦੂਜੇ ਦਾ ਗਲਾ ਵੱਢ ਰਹੇ ਨੇ, ਲੋਕ ਇੱਕ ਦੂਜੇ ਨੂੰ ਝੂਠ ਬੋਲ ਰਹੇ ਨੇ, ਟੂ ਫੇਸਡ ਗੱਲਾਂ ਕਰ ਰਹੇ ਨੇ, ਡਬਲ ਫੇਸਡ ਲੋਕ ਬੈਠੇ ਨੇ, ਤਾਂ ਫਿਰ ਇਹਦਾ ਹੱਲ ਕਿੱਥੇ ਹੈ? ਸਫਰਿੰਗ ਤਾਂ ਬਹੁਤ ਜ਼ਿਆਦਾ। ਬੰਦੇ ਨੂੰ ਸਟੈਂਡ ਕਰਨ ਲਈ ਕੁਛ ਤਾਂ ਚਾਹੀਦਾ ਨਾ। ਯੂ ਨੀਡ ਸਮ ਪਲੇਸ ਟੂ ਸਟੈਂਡ, ਜਿੱਥੇ ਬੰਦਾ ਕਿਤੇ ਤਾਂ ਸਟੈਂਡ ਕਰੇ, ਕਿਤੇ ਸੇਫ ਫੀਲ ਕਰੇ। ਆਈ ਥਿੰਕ ਵਨ ਪਾਰਟ ਇਜ਼ ਕਿ ਹੈਵ ਸਮ ਰਿਸਪੋਂਸੀਬਿਲਿਟੀ। ਆਈ ਨੋ ਇਟਸ ਨਾਟ ਅ ਵੈਰੀ ਕੂਲ ਟਰਮ, ਬਟ ਰਿਸਪੋਂਸੀਬਿਲਿਟੀ ਹੀ ਬੰਦੇ ਦਾ ਇੱਕ ਐਂਟੀਡੋਟ ਹੈ ਜਿਹੜਾ ਤੁਹਾਡੀ ਸਫਰਿੰਗ ਨੂੰ ਥੋੜ੍ਹਾ ਜਿਹਾ ਘਟਾ ਸਕਦਾ, ਮਤਲਬ ਉਹਦੀ ਐਂਪਲੀਫਾਈ ਉਹਨੂੰ ਘੱਟ ਕਰ ਸਕਦਾ। ਅਦਰ ਦੈਨ ਦੈਟ, ਜੇ ਆਪਾਂ ਖਾਸ ਕਰਕੇ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਹੀਡੋਨਿਜ਼ਮ ਹੀ ਅਪਣਾਈ ਜਾਈਏ ਕਿ ਨਹੀਂ ਯਾਰ ਹੈਪੀ ਹੋ ਜਾਈਏ ਯਾਰ, ਪਲੈਜ਼ਰ ਲੱਭੋ ਯਾਰ, ਹੈ ਨਾ, ਚਲੋ ਇੱਥੇ ਆਹ ਕਰੋ, ਦਿਸ ਐਂਡ ਦੈਟ ਕਰੋ, ਆਈ ਡੋਂਟ ਥਿੰਕ ਯੂ ਆਰ ਗੋਨਾ ਗੈਟ ਯੋਰ ਆਂਸਰਸ। ਯੂ ਹੈਵ ਟੂ ਫਾਈਂਡ ਦ ਰਿਸਪੋਂਸੀਬਿਲਿਟੀ। ਮੈਂ ਦੇਖਿਆ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਜੂਲੀਅਸ ਸੀਜ਼ਰ ਸੀਗਾ, 22-23 ਸਾਲ ਦੀ ਉਮਰ ਦੇ ਵਿੱਚ ਕਿੰਨਾ ਕੁਛ ਕਰ ਰਿਹਾ ਸੀ, ਅੱਧੀ ਦੁਨੀਆ ਜਿੱਤ ਚੁੱਕਾ ਸੀਗਾ। ਮਾਰਕਸ ਔਰੇਲੀਅਸ ਨੇ 40 ਸਾਲ ਦੀ ਉਮਰ ਤੱਕ ਪਤਾ ਹੀ ਨਹੀਂ ਕੀ ਕਰਤਾ ਸੀਗਾ ਦੁਨੀਆ ਦੇ ਵਿੱਚ, ਇੰਨੀ ਵਧੀਆ ਇੱਕ ਆਪਣਾ ਰਾਜ ਕਾਇਮ ਕੀਤਾ, ਪੋਲੀਟੀਕਲ ਪਾਵਰ ਕ੍ਰੀਏਟ ਕੀਤੀ। ਅਤੇ ਅੱਜ ਕੱਲ੍ਹ ਆਪਾਂ 35-40 ਸਾਲ 30 ਸਾਲ ਦੇ ਹੋ ਜਾਂਦੇ ਹਾਂ। ਈਵਨ ਦੁੱਖ ਵਾਲੀ ਗੱਲ ਹੈ, ਬਹੁਤ ਲੋਕ ਨਾ ਬਾਲ ਚਿੱਟੇ ਹੋ ਜਾਂਦੇ ਨੇ ਬਟ ਅਕਲ ਨਹੀਂ ਆਉਂਦੀ ਹੈਗੀ, ਮਤਲਬ ਦੇ ਆਰ ਸਟਿਲ ਇਨ ਦੇਅਰ 20s
ਐਂਡ ਉਹਨਾਂ ਦੀਆਂ ਡਿਜ਼ਾਇਰਸ ਹਾਲੇ ਵੀ ਨਹੀਂ ਪੂਰੀਆਂ ਹੋਈਆਂ ਹੁੰਦੀਆਂ। ਐਂਡ ਆਈ ਐਮ ਸੋ ਵੰਡਰਿੰਗ ਕਿ ਇੱਦਾਂ ਕਿਵੇਂ ਹੋ ਸਕਦਾ। ਆਈ ਥਿੰਕ ਲਾਈਫ ਇਜ਼ ਸਫਰਿੰਗ, ਐਂਡ ਇਹ ਮੈਂ ਨਹੀਂ ਕਹਿ ਰਿਹਾ, ਦਿਸ ਇਜ਼ ਨਾਟ ਮੀ। ਮੈਂ ਜਿੱਥੋਂ ਵੀ ਗਿਆਨ ਸੁਣਦਾ, ਜਿੱਥੋਂ ਵੀ ਕੋਈ ਗੱਲਾਂ ਸੁਣਦਾ, ਐਵਰੀਥਿੰਗ ਇਸੇ ਪਾਸੇ ਇੰਡੀਕੇਟ ਕਰਦੀ ਹੈ ਕਿ ਲਾਈਫ ਇਜ਼ ਸਫਰਿੰਗ। ਸਫਰਿੰਗ ਨੂੰ ਤੁਸੀਂ ਘਟਾ ਸਕਦੇ ਹੋ। ਘਟਾ ਕਿਵੇਂ ਸਕਦੇ ਹੋ? ਫੂਲਿਸ਼ ਸਫਰਿੰਗ ਨੂੰ ਬੰਦ ਕਰ ਸਕਦੇ ਹੋ ਆਪਣਾ। ਜਿਹੜੇ ਗਧਾਪੰਤੀ ਆਪਾਂ ਕਰਦੇ ਹਾਂ ਨਾ ਬਹੁਤ ਸਾਰੀ, ਹੈ ਨਾ, ਉਹ ਘਟਾਉਣੀ ਚਾਹੀਦੀ ਹੈ। ਉਹ ਜੇ ਆਪਾਂ ਘਟਾ ਲਈਏ ਤਾਂ ਮੈਨੂੰ ਲੱਗਦਾ ਆਪਣੀ ਲਾਈਫ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਮਾਈਨਸ ਹੋ ਜਾਂਦੀਆਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਚਾਹੀਦੀਆਂ। ਸੋ ਆਈ ਹੋਪ ਦੈਟ ਹੈਲਪ, ਜਾਂ ਮੈਂ ਆਪਣੀ ਗੱਲ ਨੂੰ ਪੂਰਾ ਕੰਪਲੀਟਲੀ ਰੱਖ ਪਾਇਆ। ਅਤੇ ਜੇ ਕੋਈ ਗੱਲ ਕਲੀਅਰ ਨਹੀਂ ਹੁੰਦੀ ਤਾਂ ਆਈ ਵਿਲ ਟਰਾਈ ਟੂ ਕਲੀਅਰ ਇਟ ਅਪ ਨੈਕਸਟ ਟਾਈਮ। ਬਟ ਆਪਾਂ ਅਗਲਾ ਐਪੀਸੋਡ ਲੈ ਕੇ ਫਿਰ ਨੈਕਸਟ ਟਾਈਮ ਮਿਲਦੇ ਹਾਂ ਨਵੇਂ ਟੋਪਿਕ ਦੇ ਨਾਲ। ਥੈਂਕ ਯੂ।